ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। तो मेरे किसान भाइयों ਤੁਸੀਂ ਮੇਰੇ ਸਾਹਮਣੇ ਫਾਰਮਰ ਨੂੰ ਦੇਖ ਰਹੇ ਆ। ਮਾਸ਼ਾਅੱਲਾ ਮਿਹਨਤ ਦੇ ਸਿਰ ਤੇ ਸਰਦਾਰੀਆਂ ਵਾ ਤੇ ਬੜੀ ਮਿਹਨਤ ਕਰਦੇ ਸੀਗੇ। ਇਹਨਾਂ ਦਾ ਬੀਟੀ ਕਾਟਨ 'ਚ, ਮੂੰਜੀ 'ਚ, ਮਕਈ 'ਚ ਬੜਾ ਨਾਮ ਸੀਗਾ ਤੇ ਹੁਣ ਇਦਾਂ ਲੱਗਦਾ ਜਿਵੇਂ ਦਿਲ ਭਰ ਗਿਆ ਹੁੰਦਾ। ਤੇ ਹੁਣ ਨਾ ਇਹ ਬਾਗਬਾਨੀ ਦੀ ਤਰਫ ਬੜਾ ਮਾਇਲ ਹੋ ਗਏ ਆ ਤੇ ਹੁਣ ਜਿਹੜੀ ਕਿਆਰੀ 'ਚ ਬੈਠੇ ਇਹਦੇ 'ਚ ਵੀ ਇਹਨਾਂ ਨੇ ਕੋਈ 200-250 ਬੂਟਾ ਲਾਇਆ ਹੋਇਆ ਵਾ। ਇਹਨਾਂ ਨਾਲ ਥੋੜੀ ਜਿਹੀ ਗੁਫ਼ਤਗੂ ਕਰਦੇ ਆ ਕਿ ਆਇਆ ਤੁਸੀਂ ਕਿਹੜੀ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੰਮ ਕੀਤਾ। अस्सलाम वालेकुम जी। ਵਾਲੇਕੁਮ। हाँ जी सर जी, फसलों तो मूँह मोड़ दिता, की गल बन गई? ਫਸਲਾਂ ਤੋਂ ਸ਼ਾਇਦ ਭਾਈ ਮੂੰਹ ਜਿਹੜਾ ਮੋੜਨਾ ਵਾ ਉਹ ਵਕਤ ਦੀ ਮਜਬੂਰੀ ਬਣ ਗਈ ਆ। ਹਕੂਮਤ ਜਿਹੜੀ ਆ ਉਹ ਸਾਥ ਨਹੀਂ ਦੇ ਰਹੀ। अच्छा ਕੋਈ जी। ਮੇਰਾ ਮਤਲਬ ਇੰਟਰਸਟ ਨਹੀਂ ਲੈ ਰਹੀ ਜ਼ਿਮੀਂਦਾਰ ਦੀ ਜਿਹੜੀ ਪੱਕੀ ਹੋਈ ਜਿਣਸ ਨੂੰ ਖਰੀਦਣ ਵਾਸਤੇ। ਤੇ ਆੜ੍ਹਤੀਆ ਜਿਹੜਾ ਵਾ ਉਹ ਛੁਰੀ ਟੋਕਾ ਲੈ ਕੇ ਬੈਠਾ। ਉਹ ਕਹਿੰਦਾ ਹੈਗਾ ਕਿ ਜ਼ਿਮੀਂਦਾਰ ਜਿਹੜਾ ਹੈਗਾ ਵਾ ਉਹਦੀ ਪੱਕੀ ਪਕਾਈ ਫਸਲ ਨੂੰ ਮੈਂ ਅੱਧ ਮੁੱਲ ਦੇ ਵਿੱਚ ਖਰੀਦ ਕੇ ਤੇ ਗੌਰਮੈਂਟ ਨੂੰ ਪੂਰੀ ਕੀਮਤ ਦੇ ਵਿੱਚ ਦੇਵਾਂ। ਤੇ ਇਸ ਕਰਕੇ ਨਾ ਸਾਰੀ ਜਮ੍ਹਾਂ ਤਫਰੀਕ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਿਹੜੀਆਂ ਫਸਲਾਂ ਵਾ ਉਹ ਵਹਾਈ ਪਾਣੀ ਤੇ ਖਾਦਾਂ ਸਪਰੇਵਾਂ ਕੱਟ ਕਟਈਆ ਤੇ ਝਾੜ ਚੜਈਆ ਪਾ ਪੂਗੇ ਨਾ ਉਹ ਬਰਾਬਰ ਹੀ ਹੁੰਦਾ ਵਾ। अच्छा। ਮੇਰੀ ਹੁਣ ਜ਼ਾਤੀ ਜ਼ਮੀਨ ਹੈਗੀ ਆ, ਮੈਂ ਠੇਕਾ ਵੀ ਨਹੀਂ ਦੇਣਾ। ਇਹਦੇ ਬਾਵਜੂਦ ਵੀ ਮੈਨੂੰ ਫਸਲ ਚੋਂ 1 ਰੁਪਈਆ ਨਹੀਂ ਬਚਿਆ। ओहो। ਇਹਦੇ ਨਾਲੋਂ ਮੈਂ ਆ ਦੇਖੋ ਨਾ ਮੇਰੇ ਅੰਬਾਂ ਦੇ ਪੌਦੇ ਲੱਗੇ ਹੋਏ ਆ। ਇਹ 2-2.5 ਕਿੱਲਿਆਂ ਦੇ ਵਿੱਚ ਲੱਗੇ ਆ। ਮੈਂ ਇਹ 2.5-3-4 ਲੱਖ ਦਾ ਮੈਂ ਇਹ ਬਾਗ ਵੇਚ ਲੈਣਾ ਹੈਗਾ। ਜਿਹੜੀ ਮੇਰੀ ਮੁਫਤ ਦੀ ਖੇਤੀ ਆ ਉਹਦੇ ਨਾਲ ਨਾਲ ਹੁਣ ਜਿਹੜੇ ਕੋਈ ਬਾਕੀ ਮੇਰਾ ਰਕਬਾ ਪਿਆ ਖਾਲੀ ਉਹਦੇ ਵਾਸਤੇ ਮੈਂ ਅੰਬਾਂ ਦੀ ਨਵੀਂ ਪਨੀਰੀ ਤਿਆਰ ਕਰ ਰਿਹਾ। ਤੇ ਹੁਣ ਮੈਂ ਮਹੀਨਾ 1 ਹੋ ਗਿਆ, 1 ਮਹੀਨਾ ਪਹਿਲੇ ਮੈਂ ਇਹ ਪਨੀਰੀ ਲਾਈ ਸੀ। अच्छा जी। ਤੇ ਹੁਣ ਦੇਖਣਾ ਤੁਹਾਡੇ ਸਾਹਮਣੇ 100-150-200 ਬੂਟਾ ਮੇਰਾ ਤਿਆਰ ਆ। ਇਹ ਅਗਲੇ ਸਾਲ ਤਕਰੀਬਨ ਜਨਵਰੀ-ਫਰਵਰੀ ਦੇ ਵਿੱਚ ਇਹ ਜ਼ਮੀਨ ਦੇ ਵਿੱਚ ਮੁੰਤਕਿਲ ਕਰਨ ਦੇ ਕਾਬਲ ਹੋ ਜਾਣਾ ਹੈਗਾ। अच्छा अच्छा। ਇਹ ਜਿਹੜੇ ਪੌਦੇ ਨੇ ਇਹ ਵੀ ਕਲਮੀ ਆ। ਇਹਨਾਂ ਨਾਲ ਵੀ 1 ਮਣ 2 ਮਣ 2.5 ਮਣ ਅੰਬ ਲੈ ਕੇ ਲੱਗਾ ਸੀ। अच्छा जी। ਤੇ ਬੜਾ ਅੱਛੀ ਕੁਆਲਿਟੀ ਦਾ ਅੰਬ ਆ। ਤੇ ਮੈਂ ਨਾ ਸਾਰਾ ਰਿਜ਼ਲਟ ਕੱਢਣ ਤੋਂ ਬਾਅਦ ਇਹ ਨਤੀਜੇ ਤੇ ਪਹੁੰਚਿਆ ਕਿ ਬਾਗ 'ਚ ਫਾਇਦਾ। अच्छा, बाग च फायदा। ਬਾਗ 'ਚ ਫਾਇਦਾ। ਇਹ ਸਾਡਾ ਕੰਮ ਵੀ 1.5 ਤੋਂ 2 ਲੱਖ ਪਰ ਏਕੜ ਸਾਨੂੰ ਬਗੈਰ ਖਰਚਾ ਕਰਨ ਤੋਂ ਇਨਕਮ ਸਾਨੂੰ ਮਿਲਦੀ ਆ। ਜਦਕਿ ਫਸਲ ਜਿਹੜੀ ਹੈਗੀ ਆ ਉਹ ਹਾੜੀ ਸਾਵਣੀ ਤੇ ਸਾਣੀ ਜਿਹੜੀ ਸਾਵਣੀ ਉਹ ਹਾੜੀ ਤੇ ਕਿਸਾਨ ਨੂੰ ਹਰ ਪਾਸੇ ਛਿੱਤਰ ਹੀ ਪੈਂਦੇ ਆ। मतलब अज दा तुहाडा पैगाम ये आ कि बंदे जिहड़े आ ना वो बागबानी की तरफ आ जाण। ਹਰ ਬੰਦਾ ਇਹ ਬਾਗਬਾਨੀ ਵਾਲੇ ਪਾਸੇ ਨਹੀਂ ਆ ਸਕਦਾ। ਕੁਝ ਲੋਕਾਂ ਦੀਆਂ ਮਜਬੂਰੀਆਂ ਹੈਗੀਆਂ। ਉਹਦੀ ਮੇਨ ਮਜਬੂਰੀ ਹੈਗੀ ਆ ਕਿ ਮੈਂ ਤਾਂ ਹੁਣ ਬਾਗ ਜਿਹੜਾ ਵਾ ਉਹ ਕੁਝ ਤਿਆਰ ਕਰ ਲਿਆ, ਕੁਝ ਕਰਦਾ ਪਿਆ ਵਾਂ। ਕੋਈ ਥੋੜਾ ਜਿਹਾ ਸਾਈਡ ਬਿਜ਼ਨਸ ਹੈ ਮੇਰਾ। ਮੇਰੀ ਤਾਂ 2 ਸਾਲ 2-3 ਸਾਲ ਅਗਰ ਫਸਲ ਵੀ ਨਹੀਂ ਹੁੰਦੀ ਤੇ ਬਾਗ ਵਾਲੇ ਪਾਸੇ ਮੈਂ ਤਵੱਜੋ ਦੇ ਰਿਹਾ, ਮੈਂ ਤਾਂ ਇਹ ਪੀ ਕੱਟ ਜਾਗਾ। ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ ਉਹਨਾਂ ਨੇ ਉਹੀ ਕਮਾਣਾ ਤੇ ਉਹੀ ਖਾਣਾ। ਉਹ 2-4 ਸਾਲ ਫਸਲ ਨੂੰ ਵਿਹਲਾ ਰੱਖ ਕੇ ਬਾਗ ਨਹੀਂ ਤਿਆਰ ਕਰ ਸਕਦੇ ਕਿਉਂਕਿ ਪਾਣੀ ਦੀ ਕਿੱਲਤ ਆ। ਗੌਰਮੈਂਟ ਜਿਹੜੀ ਹੈਗੀ ਆ ਉਹ ਦਿਨ ਬ ਦਿਨ ਨਹਿਰੀ ਪਾਣੀ ਨੂੰ ਵੀ ਘੋਟੂ ਦਿੱਤੀ ਜਾਂਦੀ ਆ। ਰਜਵਾਏ ਨਹਿਰ ਜਿਹੜੀਆਂ ਵਾ ਅਜਵਾਏ ਬਣਦੇ ਜਾ ਰਹੇ, ਅਜਵਾਏ ਜਿਹੜੇ ਵਾ ਮੈਂਡਰ ਬਣਦੇ ਜਾ ਰਹੇ ਆ। ਇਸ ਕਰਕੇ ਥੱਲੇ ਦਾ ਪਾਣੀ ਵੀ ਮਾੜਾ ਹੈਗਾ, ਕੌੜਾ ਵਾ। ਤੇ ਇਸ ਕਰਕੇ ਹਰ ਜ਼ਿਮੀਂਦਾਰ ਬਾਗ ਵਾਲੇ ਪਾਸੇ ਨਹੀਂ ਆ ਸਕਦਾ। ਇਹ ਕੁਛ ਨਾ ਉਹਨਾਂ ਦੀ ਕੋਈ ਜ਼ਾਤੀ ਮਜਬੂਰੀਆਂ ਹੈਗੀਆਂ। ਚਲੋ ਆਪਦਾ ਜਿਹੜਾ ਕੋਈ ਰਕਬਾ ਡਿਵਾਈਡ ਕਰਕੇ ਥੋੜਾ ਬਹੁਤਾ ਤਾਂ ਕਰ ਸਕਦੇ। ਹੈਗਾ ਜਿਸ ਬੰਦੇ ਦਾ 5 ਏਕੜ ਰਕਬਾ ਹੈਗਾ ਉਹ 2.5 ਕਿੱਲੇ ਦੇ ਬਾਗ ਲਾ ਲਵੇ। 2.5 ਕਿੱਲੇ ਚ ਆਪਦੀ ਚੰਗੀ ਮਾੜੀ ਫਸਲ ਬੀਜ ਜਾਵੇ, ਉੱਥੋਂ ਬੱਚਿਆਂ ਦੇ ਖਾਣ ਜੋਗੇ ਦਾਣੇ ਪੈਦਾ ਕਰ ਲਵੇ। ਜਿਹੜਾ 2.5 ਕਿੱਲੇ ਆ 2-3-4 ਸਾਲ ਮੁਸ਼ਕਲਾਤ ਆ। ਉਸ ਤੋਂ ਬਾਅਦ ਫਿਰ ਇਹ ਤਕਰੀਬਨ ਇਨਕਮ ਜਿੰਨੀ ਤੱਕ ਉਹਦੀ ਜ਼ਿੰਦਗੀ ਆ ਪੋਤਾ ਦਾਦਾ ਪੜਦਾਦਾ ਇਹ ਤੱਕ ਇਹ ਕੰਮ ਚੱਲਦਾ ਹੈਗਾ। ਕਿਉਂਕਿ ਪੌਦੇ ਦੀ ਉਮਰ ਜਿਹੜੀ ਆ 250-300 ਸਾਲ ਹੈਗੀ ਹੈ ਅਗਰ ਇਨਸਾਨ ਪਿੱਛੇ ਜ਼ਿੰਦਾ ਰਹੇ। ਲਓ ਜੀ ਨਾਜ਼ਰੀਨ, ਗੁਫ਼ਤਗੂ ਸੁਣ ਲਈ ਹੈ ਤੁਸੀਂ। ਨੈਕਸਟ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਜੀ। ਅੱਲਾਹ ਹਾਫਿਜ਼।